ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਵਿਸ਼ਾ ਸਵਾਗਤ ਜ਼ਿੰਦਗੀ ਦੇ ਅਧੀਨ 10ਵੀਂ ਦੀ ਪਾਠ ਪੁਸਤਕ ਵਿੱਚ ਸ਼ਾਮਿਲ ਪਾਠ 7 ਫੈਸਲੇ ਲੈਣ ਦੀ ਯੋਗਤਾ ਬਾਰੇ ਗੱਲ ਕਰਾਂਗੇ। ਫੈਸਲੇ ਲੈਣ ਦੀ ਯੋਗਤਾ ਪਾਠ ਦੇ ਵਿੱਚ ਬੇਟਾ ਸਭ ਤੋਂ ਪਹਿਲਾਂ ਆਪਾਂ ਭਵਿੱਖ ਲਈ ਕਿੱਤੇ ਦੀ ਚੋਣ ਬਾਰੇ ਗੱਲ ਕਰਾਂਗੇ। ਬੰਦਾ ਜਦੋਂ ਕਰੇ ਮਨ ਭਾਉਂਦਾ ਰੁਜ਼ਗਾਰ, ਆਪ ਰਹੇ ਖੁਸ਼ ਸੁਖੀ ਰੱਖੇ ਪਰਿਵਾਰ। ਭਾਵ ਜੇਕਰ ਅਸੀਂ ਆਪਣੇ ਮਨ ਨੂੰ ਭਾਉਂਦਾ ਕੰਮ ਕਰਦੇ ਹਾਂ ਤਾਂ ਅਸੀਂ ਆਪ ਵੀ ਖੁਸ਼ ਰਹਿੰਦੇ ਹਾਂ ਤੇ ਸਾਡਾ ਪਰਿਵਾਰ ਵੀ ਖੁਸ਼ ਰਹਿੰਦਾ। ਕੰਮ ਤਾਂ ਬੱਚਿਓ ਹਰ ਇੱਕ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ। ਜ਼ਿੰਦਗੀ ਜਿਉਣ ਦੇ ਲਈ ਉਸ ਨੂੰ ਆਪਣੀ ਮਨਚਾਹੀ ਦਿਸ਼ਾ ਹੈ ਜਿਹੜੀ ਉਹ ਦੇਣੀ ਪੈਂਦੀ ਹੈ। ਤਾਂ ਕਈ ਵਾਰ ਕਿੱਤਾ ਹੈ ਜਿਹੜਾ ਅਸੀਂ ਅਜਿਹਾ ਚੁਣ ਲੈਂਦੇ ਹਾਂ ਜਿਹੜਾ ਸਾਡੇ ਮਨ ਨੂੰ ਨਹੀਂ ਭਾਉਂਦਾ। ਜੇ ਅਸੀਂ ਅਜਿਹੇ ਕਿੱਤੇ ਦੀ ਚੋਣ ਕਰ ਲਈਏ ਤਾਂ ਉਹਦੇ ਵਿੱਚ ਅਸੀਂ ਬੁਲੰਦੀਆਂ ਤੇ ਨਹੀਂ ਪਹੁੰਚ ਸਕਦੇ। ਤਾਂ ਇਸ ਲਈ ਇਹ ਤੁਹਾਡੇ ਕੋਲ ਹੁਣ ਸਮਾਂ ਹੈ। 10ਵੀਂ ਤੋਂ ਬਾਅਦ ਤੁਸੀਂ ਇਹ ਨਿਸ਼ਚਾ ਕਰਨਾ ਹੈ ਕਿ ਮੈਂ ਕੀ ਕੰਮ ਦੀ ਚੋਣ ਕਰਨੀ ਹੈ, ਮੈਂ ਕਿਹੜਾ ਕੰਮ ਕਰਨਾ ਹੈ ਤੇ ਉਸ ਪਾਸੇ ਵੱਲ ਨੂੰ ਹੀ ਤੁਰਨਾ। ਇਹਦੇ ਲਈ ਸੰਜੀਦਗੀ ਦੇ ਨਾਲ ਸੋਚਣਾ ਜ਼ਰੂਰੀ ਹੈ। ਤਾਂ ਤੁਹਾਡੀ ਪਾਠ ਪੁਸਤਕ ਦੇ ਵਿੱਚ ਇੱਕ ਕਹਾਣੀ ਦਿੱਤੀ ਹੈ ਇਸ ਗੱਲ ਦੇ ਨਾਲ ਹੀ ਸੰਬੰਧਿਤ ਕਿ ਇੱਕ ਬੱਚਾ ਹੈ ਜਿਹੜਾ ਤੁਹਾਡੇ ਵਰਗਾ, ਮੇਰੇ ਵਰਗਾ ਮੱਧ ਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ। ਤਾਂ ਜਦੋਂ ਵੀ ਉਹਦੇ ਨਾਲ ਕੋਈ ਗੱਲ ਕਰਦਾ ਸੀ ਕਿ ਤੂੰ ਕਿਹੜਾ ਕਿੱਤਾ ਕਰੇਂਗਾ, ਕਿਹੜੇ ਕੰਮ ਦੀ ਚੋਣ ਕਰੇਂਗਾ, ਤਾਂ ਹਮੇਸ਼ਾ ਉਹਦੇ ਦਿਮਾਗ ਦੇ ਵਿੱਚ ਆਸੇ-ਪਾਸੇ ਜੋ ਵੀ ਲੋਕ ਰਹਿੰਦੇ ਐ ਉਹਨਾਂ ਦੇ ਕੰਮ ਆਉਂਦੇ। ਜਿਵੇਂ ਉਹਦੇ ਗੁਆਂਢ ਦੇ ਵਿੱਚ ਇੱਕ ਪਰਿਵਾਰ ਸੀ ਜਿਹਦੇ ਕੋਲ ਗੱਡੀਆਂ ਸੀ ਤੇ ਵਧੀਆ ਆਮਦਨ ਸੀ, ਤਾਂ ਉਹ ਸੋਚਦਾ ਸੀ ਮੈਂ ਇਹ ਕੰਮ ਕਰ ਸਕਦਾ। ਸਕੂਲ ਦੇ ਵਿੱਚ ਜੇ ਨਾਟਕ ਕਰਨ ਵਾਲੀ ਇੱਕ ਟੀਮ ਆਈ, ਉੱਥੇ ਇੱਕ ਗਾਇਕ ਵੀ ਸੀ, ਤਾਂ ਉਹਨੂੰ ਲੱਗਿਆ ਕਿ ਇਹਦੇ ਤੋਂ ਵਧੀਆ ਅਦਾਕਾਰੀ ਤੇ ਮੈਂ ਕਰ ਸਕਦਾ, ਇਹਦੇ ਤੋਂ ਵਧੀਆ ਗੀਤ ਮੈਂ ਗਾ ਸਕਦਾ, ਇਸ ਲਈ ਮੈਂ ਇਹ ਕੰਮ ਦੀ ਵੀ ਚੋਣ ਕਰ ਸਕਦਾ। ਤਾਂ ਬੱਚਿਓ ਉਹਦੇ ਪਿੰਡ ਦੇ ਵਿੱਚ ਹੀ ਇੱਕ ਦੁਕਾਨ ਵੀ ਸੀ ਜਿੱਥੋਂ ਸੌਦਾ ਲੈਣ ਦੇ ਲਈ ਬਹੁਤ ਸਾਰੇ ਲੋਕ ਆਉਂਦੇ ਸੀ। ਤਾਂ ਉਹ ਜਦੋਂ ਦੇਖਦਾ ਕਿ ਦੁਕਾਨਦਾਰ ਨੂੰ ਬਹੁਤ ਵਧੀਆ ਕਮਾਈ ਹੁੰਦੀ ਹੈ ਤਾਂ ਉਹ ਸੋਚਦਾ ਕਿ ਇਹ ਕੰਮ ਵੀ ਬਹੁਤ ਵਧੀਆ। ਹੁਣ ਉਸਦੇ ਘਰ ਦੇ, ਉਸਦਾ ਪਿਤਾ ਹੈ ਜਿਹੜਾ ਉਹ ਖੇਤੀ ਦਾ ਕੰਮ ਕਰਦਾ ਸੀ, ਪਰ ਉਹਨੂੰ ਇਹ ਕੰਮ ਹੈ ਜਿਹੜਾ ਬਹੁਤਾ ਚੰਗਾ ਨਹੀਂ ਸੀ ਲੱਗਦਾ। ਉਹਦੇ ਕੋਲ ਪਸ਼ੂ ਹੈ ਜਿਹੜੇ ਪਰਿਵਾਰ ਦੇ ਵਿੱਚ ਰੱਖੇ ਹੋਏ ਸੀ, ਪਾਲਤੂ ਪਸ਼ੂ। ਜਦੋਂ ਉਹਨਾਂ ਦੀ ਦੇਖਭਾਲ ਕਰਦਿਆਂ ਕਈ ਵਾਰ ਡਾਕਟਰ ਕੋਲ ਜਾਣਾ ਪੈਂਦਾ ਤਾਂ ਉਹ ਡਾਕਟਰ ਨੂੰ ਦੇਖ ਕੇ ਸੋਚਦਾ ਕਿ ਕੰਮ ਤਾਂ ਇਹ ਵੀ ਬਹੁਤ ਵਧੀਆ। ਉਹ ਥੋੜ੍ਹੀਆਂ ਬਹੁਤ ਚੀਜ਼ਾਂ ਦੀ ਮਕੈਨਿਕੀ ਵੀ ਕਰ ਲੈਂਦਾ ਸੀ ਜਾਂ ਉਹਨੂੰ ਇਹ ਕੰਮ ਵੀ ਚੰਗਾ ਲੱਗਿਆ। ਫਿਰ ਉਹ ਆਸੇ-ਪਾਸੇ ਦੇਖਦਾ ਕਿ ਕਈ ਲੋਕ ਵਿਦੇਸ਼ ਵੀ ਗਏ ਹੋਏ ਐ, ਤਾਂ ਉਹ ਸੋਚਦਾ ਕਿ ਮੈਂ ਵੀ ਵਿਦੇਸ਼ ਜਾ ਸਕਦਾ ਤੇ ਉੱਥੇ ਚੰਗੀ ਕਮਾਈ ਕਰ ਸਕਦਾ। ਤਾਂ ਬੱਚਿਓ ਆਪਾਂ ਦੇਖਦੇ ਹਾਂ ਕਿ ਅਵੀ ਹੈ ਜਿਹੜਾ ਉਹ ਵਪਾਰ ਕਰਨ ਬਾਰੇ ਵੀ ਸੋਚਦਾ ਹੈ, ਡਾਕਟਰੀ ਬਾਰੇ, ਡਰਾਈਵਰੀ ਬਾਰੇ, ਖੇਤੀਬਾੜੀ ਬਾਰੇ, ਅਦਾਕਾਰੀ ਬਾਰੇ, ਗੱਡੀਆਂ ਦੇ ਕੰਮ ਬਾਰੇ, ਵਿਗਿਆਨ ਨਾਲ ਸੰਬੰਧਿਤ ਕੰਮ ਬਾਰੇ, ਵਿਦੇਸ਼ ਜਾਣ ਬਾਰੇ ਜਾਂ ਮਕੈਨਿਕ ਦਾ ਕੰਮ ਹੈ ਜਿਹੜਾ ਉਹ ਸਿੱਖਣ ਬਾਰੇ। ਹੁਣ ਉਹ ਸੋਚਦਾ ਤਾਂ ਬਹੁਤ ਕੁਛ ਹੈ ਪਰ ਉਹਦਾ ਮਨ ਹੈ ਜਿਹੜਾ ਉਹ ਇੱਕ ਥਾਂ ਤੇ ਨਹੀਂ ਟਿਕਦਾ। ਤਾਂ ਅਸੀਂ ਸੋਚ ਸਮਝ ਕੇ ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾਉਣਾ ਕਿ ਅਸੀਂ ਅਸਲ ਦੇ ਵਿੱਚ ਕੀ ਕੰਮ ਕਰਨਾ। ਕੰਮ ਤਾਂ ਬੱਚਿਓ ਕੋਈ ਵੀ ਨਹੀਂ ਮਾੜਾ ਹੁੰਦਾ, ਸਾਰੇ ਦੇ ਸਾਰੇ ਕੰਮ ਹੀ ਬਹੁਤ ਚੰਗੇ ਹੁੰਦੇ ਆ, ਪਰ ਇਹ ਅਸੀਂ ਸੋਚਣਾ ਹੈ ਕਿ ਅਸੀਂ ਕਿਹੜਾ ਕੰਮ ਹੈ ਜਿਹੜਾ ਉਸ ਦੀ ਚੋਣ ਕਰੀਏ, ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਤਾਂ ਇਸ ਜਿਹੜਾ ਹੈ ਆਪਣਾ ਪਾਠ ਦਾ ਊੜਾ ਭਾਗ ਭਵਿੱਖ ਲਈ ਕਿੱਤੇ ਦੀ ਚੋਣ, ਉਹਦੇ ਅਭਿਆਸ ਦੇ ਵਿੱਚ ਠੀਕ ਗਲਤ ਚੋਣ ਦੇ ਲਈ ਕੁਝ ਪ੍ਰਸ਼ਨ ਦਿੱਤੇ ਹੋਏ ਹੈ। ਉਹਦੇ ਆਧਾਰ ਤੇ ਵੀ ਤੁਸੀਂ ਇਹ ਨਿਸ਼ਚਾ ਕਰ ਸਕਦੇ ਹੋ। ਜਿਵੇਂ ਮੈਨੂੰ ਉਹ ਕੋਰਸ ਹੀ ਚੁਣਨਾ ਚਾਹੀਦਾ ਜੋ ਮੇਰੇ ਮਾਤਾ ਪਿਤਾ ਕਹਿੰਦੇ, ਭਾਵੇਂ ਉਹ ਕੰਮ ਵਿੱਚ ਮੇਰੀ ਰੁਚੀ ਨਾ ਵੀ ਹੋਵੇ, ਤਾਂ ਇਹ ਠੀਕ ਹੈ? ਨਹੀਂ ਬੱਚਿਓ,
ਸਾਨੂੰ ਉਹ ਕੰਮ ਚੁਣਨਾ ਚਾਹੀਦਾ ਹੈ ਜਿਸ ਦੇ ਵਿੱਚ ਸਾਡੀ ਰੁਚੀ ਹੋਵੇ, ਜਾਂ ਸਾਨੂੰ ਆਪਣੇ ਮਨ ਦੇ ਵਿੱਚ ਇਹ ਧਾਰਨਾ ਬਣਾ ਕੇ ਰੱਖਣੀ ਚਾਹੀਦੀ ਹੈ ਕਿ ਸਾਡਾ ਨਿਸ਼ਾਨਾ ਉੱਚਾ ਹੈ, ਅਸੀਂ ਡਾਕਟਰ ਬਣਨਾ ਚਾਹੁੰਦੇ ਹਾਂ, ਪਰ ਕਿਸੇ ਵੀ ਕਾਰਨ ਕਰਕੇ ਜੇ ਅਸੀਂ ਡਾਕਟਰ ਨਾ ਬਣ ਸਕੇ ਤਾਂ ਅਸੀਂ ਡਾਕਟਰੀ ਵਰਗੇ ਹੋਰ ਕੰਮ ਜਿਵੇਂ ਫਾਰਮਾਸਿਸਟ ਜਾਂ ਨਰਸਿੰਗ ਇਹ ਵੀ ਤਾਂ ਕਰ ਹੀ ਸਕਦੇ ਹਾਂ। ਭਾਵ ਜੇਕਰ ਆਪਾਂ ਥੋੜੀ ਜਿਹੀ ਇਸ ਤਰ੍ਹਾਂ ਦੀ ਸੋਚ ਰੱਖਾਂਗੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਹੋਵਾਂਗੇ। ਪਰ ਇਹ ਸੋਚ ਸਾਡੀ ਕਦੇ ਨਹੀਂ ਹੋਣੀ ਚਾਹੀਦੀ ਕਿ ਜੋ ਕਿਸਮਤ 'ਚ ਹੋਇਆ ਉਹ ਮਿਲ ਹੀ ਜਾਣਾ ਹੈ, ਬਹੁਤੀ ਚਿੰਤਾ ਦੀ ਲੋੜ ਨਹੀਂ, ਕਿਉਂ ਇਹਦੇ ਬਾਰੇ ਸੋਚਣਾ ਹੈ? ਨਹੀਂ, ਇਹ ਗਲਤ ਗੱਲ ਹੈ ਬੱਚਿਓ। ਜੋ 10ਵੀਂ ਤੋਂ ਪਿੱਛੋਂ ਤੁਸੀਂ ਆਪਣੇ ਵਿਸ਼ੇ ਚੁਣਨੇ ਹੈ, ਆਪਣੀ ਸੋਚ ਦੇ ਆਧਾਰ ਤੇ, ਆਪਣਾ ਕੰਮ ਜੋ ਤੁਸੀਂ ਅਪਣਾਉਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ, ਉਹਦੇ ਆਧਾਰ ਤੇ ਉਹ ਬਿਲਕੁਲ ਚੋਣ ਇਸ ਤਰ੍ਹਾਂ ਨਹੀਂ ਕਰਨੀ ਕਿ ਜੋ ਮੇਰੇ ਨਾਲ ਦੇ ਸਾਥੀ ਮੇਰੇ ਜਮਾਤੀ ਹੈ ਜਿਹੜੇ ਉਹ ਚੋਣ ਕਰਨਗੇ ਵਿਸ਼ਿਆਂ ਦੀ, ਜਾਂ ਜਿਹੜਾ ਕੰਮ ਉਹ ਕਰਨਗੇ ਉਹੀ ਮੈਂ ਕਰ ਲੂੰ। ਬਿਲਕੁਲ ਨਹੀਂ। ਜ਼ਿੰਦਗੀ ਦੇ ਵਿੱਚ ਜੋ ਤੁਸੀਂ ਬਣਨਾ ਹੈ, ਰਾਹ ਹੈ ਜਿਹੜਾ ਉਹ ਤੁਸੀਂ ਆਪਣੇ ਆਪ ਹੀ ਉਸ ਦੀ ਚੋਣ ਕਰਨੀ। ਇਹਦੇ ਲਈ ਤੁਸੀਂ ਆਲੇ ਦੁਆਲੇ ਤੁਹਾਡੇ ਲੋਕ ਕਿਹੜੇ ਕਿਹੜੇ ਕੰਮ ਕਰਦੇ ਆ, ਕੀ ਕਿੱਤੇ ਅਪਣਾਉਂਦੇ ਆ, ਉਹਨਾਂ ਵੱਲ ਧਿਆਨ ਦਿਓ। ਨਾਲ ਹੀ ਇਹ ਗੱਲ ਵੀ ਦੇਖੋ ਕਿ ਕਿਹੜਾ ਕੰਮ ਕਰਕੇ ਤੁਹਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ। ਤਾਂ ਬੱਚਿਓ, ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ, ਸਾਰੇ ਕੰਮ ਕਰਨ ਦਾ ਢੰਗ ਅਤੇ ਨਜ਼ਰੀਆ ਹਾਂ ਪੱਖੀ ਹੋਣਾ ਚਾਹੀਦਾ। ਅਸੀਂ ਜਿਸ ਤਰ੍ਹਾਂ ਦੇ ਕਿੱਤੇ ਦਾ ਸੁਪਨਾ ਲੈਂਦੇ ਹਾਂ, ਆਪਣੇ ਮਾਤਾ ਪਿਤਾ, ਅਧਿਆਪਕ ਜਾਂ ਸਕੂਲ ਕਾਉਂਸਲਰ, ਅਖਬਾਰ, ਟੀਵੀ ਜਾਂ ਇੰਟਰਨੈਟ ਤੋਂ ਉਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਸਹੀ ਕਿੱਤੇ ਦੀ ਚੋਣ ਕਰ ਸਕਦੇ ਹਾਂ। ਸਾਡਾ ਆੜਾ ਭਾਗ ਹੈ ਬੇਟਾ ਫੈਸਲਾ ਲੈਣ ਦਾ ਹੁਨਰ। ਤਾਂ ਇਹ ਬੱਚਿਓ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫੈਸਲੇ ਆਪ ਲਓ। ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੇ ਹਾਂ, ਸਾਡੇ ਵਿੱਚ ਹੋਰ ਕਿਰਿਆਵਾਂ ਦੇ ਵਿੱਚ ਭਾਗ ਲੈਣ ਦੀ ਵੀ ਕਾਬਲੀਅਤ ਹੁੰਦੀ ਹੈ, ਪਰ ਅਸੀਂ ਕਈ ਵਾਰ ਫੈਸਲਾ ਹੈ ਜਿਹੜਾ ਉਹ ਆਪ ਨਹੀਂ ਲੈ ਸਕਦੇ। ਉਹਦੇ ਲਈ ਅਸੀਂ ਦੂਜਿਆਂ ਤੇ ਨਿਰਭਰ ਹੁੰਦੇ ਹਾਂ, ਜਾਂ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੁਬਿਧਾ ਰੱਖਦੇ ਹਾਂ, ਜਾਂ ਆਪਣੀ ਯੋਗਤਾ ਤੇ ਸ਼ੱਕ ਕਰਦੇ ਹਾਂ ਕਿ ਮੈਂ ਇਹ ਕੰਮ ਹੈ ਜਿਹੜਾ ਉਹ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤਾਂ ਨਹੀਂ ਬੱਚਿਓ, ਸਾਨੂੰ ਇੱਕ ਪਾਸਾ ਭਾਵ ਇੱਕ ਫੈਸਲਾ ਜਿਹੜਾ ਜ਼ਿੰਦਗੀ ਦੇ ਵਿੱਚ ਲੈ ਲੈਣਾ ਚਾਹੀਦਾ। ਇਹ ਕਾਬਲੀਅਤ ਹੋਣੀ ਬਹੁਤ ਹੀ ਜ਼ਰੂਰੀ ਹੈ, ਤਾਂ ਹੀ ਅਸੀਂ ਆਪਣੇ ਨਿਸ਼ਾਨਿਆਂ ਤੇ ਪਹੁੰਚ ਸਕਦੇ ਹਾਂ। ਤੁਹਾਡੀ ਪਾਠ ਪੁਸਤਕ ਦੇ ਵਿੱਚ ਇੱਕ ਕਹਾਣੀ ਦਿੱਤੀ ਹੋਈ ਹੈ ਕਿ ਇੱਕ ਰਾਜੇ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ। ਹੁਣ ਉਸਦੇ ਪੁੱਤਰ ਜ਼ਿਆਦਾ ਸੀ, ਪਰ ਉਹਨੇ ਆਪਣੀ ਜਿਹੜੀ ਉੱਤਰਾਧਿਕਾਰੀ ਹੈ ਆਪਣਾ, ਉਹ ਇੱਕ ਨੂੰ ਹੀ ਬਣਾਉਣਾ ਸੀ। ਤਾਂ ਉਹਨੇ ਪਰਖ ਕਰਨ ਬਾਰੇ ਸੋਚਿਆ। ਉਹਦੇ 3 ਪੁੱਤਰ ਸੀ, ਤਿੰਨਾਂ ਨੂੰ ਉਹਨੇ 100-100 ਰੁਪਈਆ ਦਿੱਤਾ ਤੇ ਉਹਨੇ ਕਿਹਾ ਕਿ ਇਸ ਰਕਮ ਨਾਲ ਕੁਝ ਅਜਿਹਾ ਲਿਆਓ ਕਿ ਆਪਣਾ ਸਾਰਾ ਮਹਿਲ ਹੈ ਜਿਹੜਾ ਉਹ ਭਰ ਜਾਵੇ। ਹੁਣ ਤਿੰਨੇ ਪੁੱਤਰ ਹੈ ਜਿਹੜੇ, ਉਹਨਾਂ ਨੇ ਕੀ ਫੈਸਲਾ ਲਿਆ? ਪਹਿਲਾ ਜਿਹੜਾ ਪੁੱਤਰ ਹੈ ਉਹਨੂੰ ਤਾਂ ਕੁਝ ਵੀ ਨਹੀਂ ਸੁੱਝਿਆ, ਉਹਨੇ 100 ਰੁਪਏ ਦਾ ਨੋਟ ਪਿਤਾ ਨੂੰ ਮੋੜਤਾ। ਦੂਸਰਾ ਪੁੱਤਰ ਹੈ ਜਿਹੜਾ, ਉਹਨੇ ਸੋਚਿਆ ਇੰਨੇ ਪੈਸੇ ਨਾਲ ਕੀ ਖਰੀਦਿਆ ਜਾ ਸਕਦਾ ਹੈ ਕਿ ਮਹਿਲ ਭਰ ਜੇ, ਇਹਨੇ ਨਾਲ ਤਾਂ ਸਿਰਫ ਕੂੜਾ ਕਰਕਟ ਹੀ ਖਰੀਦਿਆ ਜਾ ਸਕਦਾ। ਸੋ ਉਹਨੇ ਕੂੜਾ ਕਰਕਟ ਖਰੀਦ ਕੇ ਸਾਰਾ ਮਹਿਲ ਭਰਤਾ। ਹੁਣ ਰਾਜੇ ਨੂੰ ਗੁੱਸਾ ਆਇਆ ਤਾਂ ਉਹਨੇ ਕਿਹਾ ਇਹ ਮਹਿਲ ਸਾਫ਼ ਵੀ ਤੂੰ ਹੀ ਕਰਨਾ। ਉਸ ਤੋਂ ਬਾਅਦ ਬੱਚਿਓ, ਛੋਟਾ ਪੁੱਤਰ ਹੈ ਜਿਹੜਾ, ਉਹਦੀ ਵਾਰੀ ਆਈ। ਉਹਨੇ ਸੋਚਿਆ, ਫਿਰ ਫੈਸਲਾ ਲਿਆ ਕਿ ਇਹ 100 ਰੁਪਏ ਦੇ ਨਾਲ ਮੈਂ ਕੀ ਖਰੀਦ ਸਕਦਾ। ਤਾਂ ਉਹਨੇ ਸੁਗੰਧੀਆਂ ਖਰੀਦੀਆਂ। ਸੁਗੰਧੀਆਂ ਭਾਵ ਇਤਰ, ਸੈਂਟ, ਸੁਗੰਧੀ ਖਰੀਦ ਕੇ ਉਹਨੇ ਸਾਰਾ ਮਹਿਲ ਹੈ ਜਿਹੜਾ ਉਹ ਭਰਤਾ। ਤਾਂ ਹੁਣ ਬੱਚਿਓ, ਰਾਜੇ ਨੇ ਉਸਦੇ ਸਹੀ ਫੈਸਲੇ ਤੇ ਉਹਨੂੰ ਇਨਾਮ ਦਿੱਤਾ। ਇਵੇਂ ਹੀ ਆਪਾਂ ਸਾਰੇ ਆਪਣੀ ਸ਼ਖਸੀਅਤ ਨੂੰ ਚੰਗੇ ਗੁਣਾਂ ਦੀ ਮਹਿਕ ਦੇ ਨਾਲ ਮਹਿਕਾ ਸਕਦੇ ਹਾਂ। ਇਸ ਨਾਲ ਸਾਡਾ ਮਨ ਵੀ ਬੁਰੇ ਵਿਚਾਰਾਂ ਦੇ ਨਾਲ ਪਲੀਤ ਨਹੀਂ ਹੋਵੇਗਾ, ਸਗੋਂ ਗੁਣਾਂ ਨਾਲ ਸੁਗੰਧਿਤ ਹੋ ਜਾਵੇਗਾ।
ਤਾਂ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਭਾਵੇਂ ਦੂਸਰਿਆਂ ਵਾਂਗ ਹੀ ਸਾਡੇ ਕੋਲ ਸਰੋਤ ਹੋਣ, ਪਰ ਜੇਕਰ ਅਸੀਂ ਸਹੀ ਫੈਸਲਾ ਲਈਏ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ। ਤਾਂ ਆਪਣੀ ਪਾਠ ਪੁਸਤਕ ਦੇ ਵਿੱਚ ਇੱਕ ਗਤੀਵਿਧੀ ਹੈ ਬੱਚਿਓ, ਜਿਸ ਦੇ ਵਿੱਚ ਇੱਕ ਗਲਹਿਰੀ ਹੈ ਜਿਹੜੀ ਉਹ ਸੜਕ ਤੋਂ ਲੰਘਣ ਲੱਗੀ ਹੈ, ਫਿਰ ਪਿੱਛੋਂ ਮੁੜ ਗਈ ਕਿਉਂਕਿ ਉਹਨੂੰ ਲੱਗਦਾ ਸੀ ਕਿ ਸਾਹਮਣੇ ਹੈ ਜਿਹੜੀ ਉਹ ਕਾਰ ਆ ਰਹੀ ਹੈ। ਉਹ ਤੋਂ ਬਚ ਕੇ ਨਿਕਲਣਾ ਚਾਹੁੰਦੀ ਸੀ, ਅੱਗੇ ਵਧੀ, ਫਿਰ ਪਿੱਛੇ ਮੁੜੀ, ਪਰ ਪਿਛਲੇ ਪਾਸਿਓਂ ਬੱਸ ਆ ਰਹੀ ਸੀ। ਤਾਂ ਫਿਰ ਆਪਣਾ ਜਿਹੜਾ ਹੈ ਨਿਰਣਾ ਨਹੀਂ ਲੈ ਸਕੀ, ਅੱਗੇ ਵਧੀ ਤੇ ਕਾਰ ਦੇ ਟਾਇਰ ਦੇ ਹੇਠਾਂ ਆ ਕੇ ਮਰ ਗਈ। ਤਾਂ ਉਸ ਦੀ ਮੌਤ ਦਾ ਕਾਰਨ ਅਸਲ ਦੇ ਵਿੱਚ ਬੱਸ ਜਾਂ ਕਾਰ ਨਹੀਂ, ਉਹਦੀ ਦੁਬਿਧਾ ਜਾਂ ਦੁਚਿੱਤੀ ਸੀ। ਉਹਨੇ ਸਹੀ ਸਮੇਂ ਤੇ ਫੈਸਲਾ ਨਹੀਂ ਲਿਆ। ਇਸ ਲਈ ਕਾਟੋ ਬਚ ਸਕਦੀ ਸੀ ਜੇ ਉਹ ਸਹੀ ਸਮੇਂ ਤੇ ਸਹੀ ਫੈਸਲਾ ਲੈ ਲੈਂਦੀ। ਤਾਂ ਬੱਚਿਓ, ਇਹਦੇ ਤੋਂ ਅਸੀਂ ਇਹ ਨਿਰਣਾ ਕੱਢਦੇ ਹਾਂ ਕਿ ਅਗਰ 2 ਕਦਮ ਅਸੀਂ ਅੱਗੇ ਤੁਰਦੇ ਜਾਈਏ, 2 ਕਦਮ ਪਿੱਛੇ ਪਰਤ ਜਾਈਏ, ਕੀ ਇਸ ਤਰ੍ਹਾਂ ਲਗਾਤਾਰ ਤੁਰਦੇ ਰਹਿਣ ਨਾਲ ਅਸੀਂ ਮੰਜ਼ਿਲ ਤੇ ਪਹੁੰਚ ਸਕਦੇ ਹਾਂ? ਨਹੀਂ। ਤਾਂ ਫਿਰ ਸਾਨੂੰ ਆਪਣੀ ਦੁਵਿਧਾ ਛੱਡ ਕੇ ਸਹੀ ਫੈਸਲਾ ਲੈ ਕੇ ਆਪਣੀ ਮੰਜ਼ਿਲ ਵੱਲ ਦ੍ਰਿੜਤਾ ਦੇ ਨਾਲ ਪਹੁੰਚਣਾ ਚਾਹੀਦਾ। ਤਾਂ ਇਹ ਅਜਿਹੇ ਫੈਸਲੇ ਤੁਸੀਂ ਜਮਾਤ ਵਿੱਚ ਲੈਣੇ ਹੀ ਸ਼ੁਰੂ ਕਰਨੇ ਹੈ। ਮੰਨ ਲਓ ਕਿ ਤੁਹਾਡੇ 2 ਦੋਸਤ ਨੇ, ਉਹ ਆਪਸ 'ਚ ਲੜ ਪਏ, ਤਾਂ ਤੁਹਾਨੂੰ ਵੀ ਇਹ ਕਿਹਾ ਗਿਆ, ਇੱਕ ਦੋਸਤ ਨੇ ਕਿ ਤੂੰ ਉਹਨੂੰ ਨਹੀਂ ਬੁਲਾਉਣਾ, ਦੂਜੇ ਨੇ ਕਿਹਾ ਤੂੰ ਉਹਨੂੰ ਨਹੀਂ ਬੁਲਾਉਣਾ, ਤਾਂ ਤੁਸੀਂ ਕੀ ਕਰੋਗੇ? ਤਾਂ ਬੱਚਿਓ, ਤੁਸੀਂ ਆਪਣਾ ਫੈਸਲਾ ਆਪ ਲੈਣਾ, ਕਿਸੇ ਦੇ ਕਹਿਣ ਤੇ ਫੈਸਲਾ ਨਹੀਂ ਲੈਣਾ। ਜੇ ਉਹਨਾਂ ਦੋਹਾਂ ਦੀ ਆਪਸ 'ਚ ਲੜਾਈ ਹੋਈ ਹੈ, ਤੁਹਾਡੇ ਤਾਂ ਉਹ ਸਾਰੇ ਹੀ ਮਿੱਤਰ ਨੇ, ਦੋਨੇ ਹੀ ਮਿੱਤਰ ਨੇ, ਤਾਂ ਤੁਸੀਂ ਇੱਥੇ ਆਪ ਆਪਣਾ ਫੈਸਲਾ ਜਿਹੜਾ ਉਹ ਲੈਣਾ ਹੈ। ਉਸੇ ਤਰ੍ਹਾਂ ਹੀ ਮੰਨ ਲਓ ਕਿ ਤੁਹਾਡੀ ਕਲਾਸ ਦੇ ਵਿੱਚ ਗਣਿਤ ਵਿਸ਼ੇ ਦਾ ਟੈਸਟ ਹੋ ਰਿਹਾ, ਤੁਸੀਂ ਗਣਿਤ ਵਿਸ਼ੇ 'ਚ ਬਹੁਤ ਹੁਸ਼ਿਆਰ ਹੋ, ਪਰ ਤੁਹਾਡੇ ਸਾਥੀ ਸੋਚਦੇ ਹੈ ਕਿ ਅਸੀਂ ਫੈਸਲਾ ਕਰ ਲਿਆ, ਅਸੀਂ ਟੈਸਟ ਨਹੀਂ ਦੇਣਾ, ਤੁਸੀਂ ਕੀ ਕਰੋਗੇ? ਤਾਂ ਇੱਥੇ ਵੀ ਬੱਚਿਓ, ਤੁਸੀਂ ਆਪਣਾ ਫੈਸਲਾ ਆਪ ਲੈਣਾ। ਜੇ ਤੁਹਾਨੂੰ ਗਣਿਤ ਵਿਸ਼ੇ ਤੋਂ ਕੋਈ ਡਰ ਨਹੀਂ ਲੱਗਦਾ, ਅਸੀਂ ਪੜ੍ਹਨ ਦੇ ਲਈ ਸਕੂਲ ਆਉਨੇ ਆ, ਤਾਂ ਅਸੀਂ ਜ਼ਰੂਰ ਟੈਸਟ ਦੇ ਵਿੱਚ ਹਾਜ਼ਰ ਹੋਵਾਂਗੇ। ਤਾਂ ਇਸ ਲਈ ਬੱਚਿਓ, ਤੁਹਾਨੂੰ ਸ਼ੁਰੂ ਤੋਂ ਹੀ ਆਪਣਾ ਫੈਸਲਾ ਆਪ ਲੈਣ ਦੀ ਆਦਤ ਜੇ ਹੋਵੇਗੀ, ਤਾਂ ਫਿਰ ਵੱਡੇ ਹੋ ਕੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਫੈਸਲੇ ਲੈਣੇ ਪੈਂਦੇ ਐ, ਉਦੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ। ਆਪਣਾ ਈੜੀ ਭਾਗ ਹੈ ਬੇਟਾ ਆਤਮ ਵਿਸ਼ਵਾਸ ਦਾ ਮੰਤਰ। ਜਿਸ ਕੋਲ ਆਤਮ ਵਿਸ਼ਵਾਸ, ਦੁਨੀਆ ਉਸ ਦੀ ਕਰੇ ਤਲਾਸ਼, ਹਰ ਮੰਜ਼ਿਲ ਆ ਜਾਂਦੀ ਪਾਸ। ਤਾਂ ਬੱਚਿਓ, ਜਮਾਤ ਦੇ ਵਿੱਚ ਜੇਕਰ ਅਸੀਂ ਇਹ ਕਿਰਿਆ ਕਰੀਏ ਕਿ ਅਸੀਂ ਵਾਰੀ ਨਾਲ ਅੱਗੇ ਆ ਕੇ ਆਪਣਾ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ ਤੇ ਆਪਣੇ ਸ਼ੌਂਕ ਬਾਰੇ ਦੱਸੀਏ, ਤੇ ਉਸ ਤੋਂ ਬਾਅਦ ਅਸੀਂ ਜਮਾਤ ਦੇ ਵਿੱਚ ਬੈਂਚ ਤੇ ਬੈਠ ਜਾਈਏ, ਤਾਂ ਜਦੋਂ ਤੁਸੀਂ ਇਹ ਸਾਰੀ ਕਿਰਿਆ ਕਰੋਗੇ, ਕਿਰਿਆ ਕਰਕੇ ਬੈਠੋਗੇ, ਤਾਂ ਤੁਸੀਂ ਆਪਣੇ ਬਾਰੇ ਸੋਚਣਾ। ਕੀ ਸੋਚਣਾ? ਕਿ ਤੁਸੀਂ ਜਦੋਂ ਖੜੇ ਹੋ ਕੇ ਬੋਲ ਰਹੇ ਸੀ, ਤੁਸੀਂ ਨੀਵੀਂ ਪਾਈ ਹੋਈ ਸੀ, ਤੁਹਾਨੂੰ ਘਬਰਾਹਟ ਹੋ ਰਹੀ ਸੀ, ਤੁਸੀਂ ਆਪਣੀ ਸੀਟ ਤੋਂ ਕਾਹਲੀ ਗਏ, ਜਾਂ ਤੁਸੀਂ ਸੀਟ ਤੇ ਆਰਾਮ ਨਾਲ ਆ ਗਏ, ਤੁਸੀਂ ਬਹੁਤ ਤੇਜ਼ ਬੋਲਿਆ, ਤੁਹਾਨੂੰ ਇਹ ਕੰਮ ਔਖਾ ਲੱਗਿਆ, ਜਾਂ ਤੁਸੀਂ ਆਰਾਮ ਨਾਲ ਸਾਰਿਆਂ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਬੋਲਿਆ, ਆਸੇ-ਪਾਸੇ ਵਿਦਿਆਰਥੀ ਤੁਹਾਡਾ ਮਜ਼ਾਕ ਬਣਾ ਰਹੇ ਸੀ, ਤੁਹਾਨੂੰ ਕੀ ਮਹਿਸੂਸ ਹੋਇਆ? ਕਿ ਪਹਿਲਾਂ ਡਰ ਲੱਗਦਾ ਸੀ ਪਰ ਬਾਅਦ ਦੇ ਵਿੱਚ ਵਧੀਆ ਲੱਗਿਆ? ਜਾਂ ਤੁਸੀਂ ਦੂਸਰੇ ਵਿਦਿਆਰਥੀਆਂ ਬਾਰੇ ਸੋਚੋ ਕਿ ਕੁਝ ਸ਼ਬਦ ਗਲਤ ਬੋਲੇ, ਉਹ ਤੁਹਾਡੀ ਦਿਲ ਦੀ ਧੜਕਣ ਤਾਂ ਨਹੀਂ ਤੇਜ਼ ਹੋਈ ਸੀ? ਤੁਹਾਨੂੰ ਕੀ ਲੱਗਦਾ ਹੈ ਵੀ ਜਮਾਤ ਦੇ ਵਿੱਚ ਸਾਰੇ ਵਿਦਿਆਰਥੀ ਬੋਲੇ ਕਿ ਕਈ ਬੋਲੇ ਹੀ ਨਹੀਂ? ਬੋਲਣ ਵੇਲੇ ਤੁਸੀਂ ਖੱਬੇ ਸੱਜੇ ਉੱਪਰ ਥੱਲੇ ਸਾਰੇ ਪਾਸੇ ਦੇਖਦੇ ਰਹੇ? ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਘਰ ਤਾਂ ਤੁਸੀਂ ਬਹੁਤ ਵਧੀਆ ਬੋਲ ਲੈਂਦੇ ਹੋ,
ਪਰ ਇੱਥੇ ਬੋਲਣਾ ਥੋੜਾ ਔਖਾ ਹੈ। ਤਾਂ ਬੱਚਿਓ, ਇਹਨਾਂ ਸਾਰੀਆਂ ਗੱਲਾਂ ਦੇ ਜਦੋਂ ਤੁਸੀਂ ਆਪਣੇ ਆਪ ਕੋਲੋਂ ਜਵਾਬ ਮੰਗੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਵਿੱਚ ਕਿੰਨਾ ਕੁ ਆਤਮ ਵਿਸ਼ਵਾਸ ਹੈ। ਜੇ ਤੁਹਾਡੇ ਵਿੱਚ ਵਧੀਆ ਆਤਮ ਵਿਸ਼ਵਾਸ ਹੈ ਤਾਂ ਤੁਸੀਂ ਸਾਰੀ ਜਮਾਤ ਦੇ ਸਾਹਮਣੇ ਨਿਡਰ ਹੋ ਕੇ ਆਰਾਮ ਨਾਲ ਆਪਣੇ ਵਿਚਾਰ ਰੱਖ ਸਕਦੇ ਹੋ। ਜੇਕਰ ਤੁਹਾਨੂੰ ਅਜਿਹਾ ਕਰਨ ਦੇ ਵਿੱਚ ਮੁਸ਼ਕਲ ਲੱਗਦੀ ਹੈ ਤਾਂ ਫਿਰ ਅਸੀਂ ਆਪਣੇ ਆਪ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ। ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਘਰ ਜਾ ਕੇ ਫੋਨ ਤੇ ਆਪਣੀ ਆਵਾਜ਼ ਰਿਕਾਰਡ ਕਰੋ, ਸੁਣੋ, ਫਿਰ ਰਿਕਾਰਡ ਕਰੋ, ਫਿਰ ਸੁਣੋ। ਸਾਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗ ਜਾਂਦਾ ਹੈ। ਜੇ ਤੁਹਾਡੇ ਵਿੱਚ ਇਹ ਗੁਣ ਹੈ ਤਾਂ ਸੋਚੋ ਕਿ ਤੁਸੀਂ ਇਸ ਗੁਣ ਵਿੱਚ ਹੋਰ ਨਿਖਾਰ ਲੈ ਕੇ ਆਉਣਾ ਹੈ। ਆਪਣੀ ਜਮਾਤ ਦੇ ਵਿੱਚ ਦੂਸਰੇ ਬੱਚਿਆਂ ਵੱਲ ਦੇਖੋ। ਜੇ ਕੋਈ ਬਹੁਤ ਵਧੀਆ ਖੇਡਦਾ ਹੈ ਤਾਂ ਤੁਸੀਂ ਸੋਚੋ ਕਿ ਮੈਂ ਵੀ ਆਪਣਾ ਗੁਣ ਨਿਖਾਰ ਕੇ ਸਭ ਦਾ ਹਰਮਨ ਪਿਆਰਾ ਬਣ ਸਕਦਾ ਹੈ, ਕਿਉਂਕਿ ਉਸ ਖਿਡਾਰੀ ਨੂੰ ਵੀ ਤਾਂ ਇੰਨਾ ਮਾਣ ਮਿਲਦਾ ਹੈ। ਪੜ੍ਹਾਈ 'ਚ ਜੇ ਚੰਗੇ ਨੰਬਰ ਆਉਂਦੇ ਹੈ ਤਾਂ ਅਧਿਆਪਕ ਬਹੁਤ ਪਿਆਰ ਕਰਦੇ ਹੈ। ਇਸ ਲਈ ਤੁਹਾਡੇ ਵਿੱਚ ਇਹ ਗੁਣ ਹੈ, ਤੁਸੀਂ ਇਸ ਗੁਣ ਨੂੰ ਨਿਖਾਰੋ ਤੇ ਤੁਹਾਨੂੰ ਸਾਰੇ ਲੋਕ ਮਹੱਤਵ ਦੇਣਗੇ। ਬੱਚਿਓ, ਜੇ ਘਰ ਦੇ ਸਾਡੇ ਹਾਲਤ ਹੈ ਜਿਹੜੀ ਜਾਂ ਹਾਲਾਤ ਬਹੁਤੇ ਚੰਗੇ ਨਹੀਂ, ਸਾਥੀ ਹੈ ਜਿਹੜੇ ਉਹ ਵੀ ਕਈ ਵਾਰ ਸਾਨੂੰ ਚਿੜਾਉਂਦੇ ਹੈ ਜਾਂ ਸਾਡਾ ਸਾਥ ਨਹੀਂ ਦਿੰਦੇ, ਤਾਂ ਇਹ ਗੱਲਾਂ ਸਾਨੂੰ ਮਹਾਨ ਬਣਨ ਤੋਂ ਨਹੀਂ ਰੋਕ ਸਕਦੀਆਂ। ਅਸੀਂ ਸਵੇਰੇ ਉੱਠ ਕੇ ਕਸਰਤ ਕਰੀਏ, ਚੰਗੀਆਂ ਕਿਤਾਬਾਂ ਪੜ੍ਹੀਏ, ਚੰਗੇ ਲੋਕਾਂ ਦੀ ਸੰਗਤ ਮਾਣੀਏ, ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹੀਏ, ਚੰਗੀਆਂ ਫਿਲਮਾਂ ਦੇਖੀਏ, ਉਸਾਰੂ ਗੀਤ ਸੁਣੀਏ, ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਸਾਰੇ ਮਹਾਨ ਲੋਕ ਹੈ ਜਿਹੜੇ ਉਹ ਪੈਦਾ ਹੁੰਦਿਆਂ ਹੀ ਮਹਾਨ ਨਹੀਂ ਸੀ। ਉਹਨਾਂ ਦੀਆਂ ਚੰਗੀਆਂ ਆਦਤਾਂ ਨੇ ਉਹਨਾਂ ਨੂੰ ਮਹਾਨ ਬਣਾਇਆ। ਤਾਂ ਬੱਚਿਓ, ਅਸੀਂ ਆਪਣੇ ਆਪ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰ ਸਕਦੇ ਹਾਂ। ਸਾਡਾ ਸੱਸਾ ਭਾਗ ਹੈ ਬੇਟਾ ਆਮ ਸੂਝ ਦੀ ਵਰਤੋਂ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਪੁਸਤਕਾਂ ਤੋਂ ਗਿਆਨ ਪ੍ਰਾਪਤ ਕਰਦੇ ਹਾਂ ਤੇ ਅਸੀਂ ਪੇਪਰਾਂ ਦੇ ਵਿੱਚ ਉਹ ਸਾਰਾ ਗਿਆਨ ਹੈ ਜਿਹੜਾ ਉਹ ਲਿਖ ਦਿੰਨੇ ਆ, ਸਾਨੂੰ ਬੜੇ ਵਧੀਆ ਨੰਬਰ ਆ ਜਾਂਦੇ ਹੈ। ਪਰ ਜੇਕਰ ਆਮ ਸੂਝ ਦੀ ਵਰਤੋਂ ਕਰਨ ਨੂੰ ਸਾਨੂੰ ਕਿਹਾ ਜਾਵੇ ਤਾਂ ਅਸੀਂ ਪਿੱਛੇ ਰਹਿ ਜਾਂਦੇ ਹਾਂ। ਹੁਣ ਇਹਦੇ ਲਈ ਪਾਠ ਪੁਸਤਕ ਦੇ ਵਿੱਚ ਇੱਕ ਉਦਾਹਰਨ ਹੈ। ਅਧਿਆਪਕ ਵਿਦਿਆਰਥੀਆਂ ਨੂੰ ਪੁੱਛਦਾ ਹੈ ਕਿ ਤੁਹਾਡੇ ਕਲਾਸ ਦੇ ਵਿੱਚ, ਤੁਹਾਡੀ ਜਮਾਤ ਦੇ ਵਿੱਚ ਇਹ ਬਲੈਕ ਬੋਰਡ ਲੱਗਿਆ ਹੋਇਆ, ਤੁਹਾਨੂੰ ਮੈਂ 10 ਸਕਿੰਟ ਦਾ ਸਮਾਂ ਦਊਂਗਾ। ਤੁਸੀਂ ਸੋਚ ਕੇ ਜਾਂ ਮਾਪ ਕੇ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਮੈਨੂੰ ਇਸ ਬਲੈਕ ਬੋਰਡ ਦਾ ਕੇਂਦਰ ਭਾਵ ਸੈਂਟਰ ਦੱਸਣਾ। ਤਾਂ ਬੱਚਿਓ, ਕਿਵੇਂ ਉਹ ਸੈਂਟਰ 10 ਸਕਿੰਟਾਂ ਦੇ ਵਿੱਚ ਮਾਪਿਆ ਜਾ ਸਕਦਾ? ਹੋ ਸਕਦਾ ਹੈ ਕਿ ਬੱਚੇ ਹੈ ਜਿਹੜੇ ਹੱਥਾਂ ਦੀਆਂ ਗਿੱਠਾਂ ਦੇ ਨਾਲ ਕੋਈ ਅਜਿਹਾ ਸੈਂਟਰ ਹੈ ਜਿਹੜਾ ਉਹ ਲੱਭ ਲੈਣ, ਜਾਂ ਕਈ ਵਿਦਿਆਰਥੀ ਹੋ ਸਕਦਾ ਹੈ ਕਿ ਸੈਂਟਰ ਦੱਸ ਹੀ ਨਾ ਸਕਣ। ਤਾਂ ਹੁਣ ਗੱਲ ਇਹ ਹੈ ਕਿ ਕੋਈ ਵਿਦਿਆਰਥੀ ਇਹ ਵੀ ਕਹਿ ਸਕਦਾ ਹੈ ਕਿ ਇਸ ਬਲੈਕ ਬੋਰਡ ਦਾ ਕੇਂਦਰ ਜਾਂ ਸੈਂਟਰ ਹੈ ਜਿਹੜਾ ਉਹ ਤਾਂ ਇਹ ਹੈ, ਉਂਗਲ ਰੱਖ ਕੇ ਦੱਸ ਸਕਦਾ। ਤਾਂ ਹੁਣ ਬੱਚਿਓ, ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੈਂਟਰ ਹੈ ਜਿਹੜਾ ਉਹ ਕਿਵੇਂ ਦੱਸਿਆ ਜਾ ਸਕਦਾ ਹੈ? ਜੇਕਰ ਇੱਕ ਬੱਚੇ ਨੇ ਬਲੈਕ ਬੋਰਡ ਦੇ ਵਿਚਕਾਰ ਹੱਥ ਲਾ ਕੇ ਕਹਿ ਦਿੱਤਾ ਕਿ ਇਹ ਬਲੈਕ ਬੋਰਡ ਦਾ ਸੈਂਟਰ ਹੈ, ਤਾਂ ਫਿਰ ਕੀ ਉਹ ਠੀਕ ਹੋਊਗਾ? ਸਾਨੂੰ ਹਮੇਸ਼ਾ ਬੇਟਾ ਗੱਲ ਧਿਆਨ ਨਾਲ ਸੁਣ ਕੇ ਆਪਣੀ ਸੂਝ ਅਨੁਸਾਰ ਸੋਚ ਵਿਚਾਰ ਕੇ ਫੈਸਲਾ ਕਰਨਾ ਚਾਹੀਦਾ। ਹੁਣ ਅਧਿਆਪਕ ਨੇ ਜੇ ਤੁਹਾਨੂੰ ਜਮਾਤ ਦੇ ਵਿੱਚ ਇਹ ਸਵਾਲ ਪੁੱਛਿਆ ਤਾਂ ਨਾਲ ਹੀ ਅਧਿਆਪਕ ਹੈ ਜਿਹੜਾ ਉਹ ਇਹ ਵੀ ਸਪਸ਼ਟ ਕਰਦਾ ਹੈ ਕਿ ਇਹ ਆਖਰੀ ਸਵਾਲ ਹੈ, ਇਸ ਤੋਂ ਬਾਅਦ ਹੋਰ ਸਵਾਲ ਮੈਂ ਨਹੀਂ ਪੁੱਛਾਂਗਾ। ਤਾਂ ਸਾਡੀ ਆਮ ਸੂਝ-ਬੂਝ ਹੈ ਜਿਹੜੀ, ਉਸ ਦੀ ਸਹਾਇਤਾ ਦੇ ਨਾਲ ਅਸੀਂ ਇਸ ਤਰ੍ਹਾਂ ਦੇ ਫੈਸਲੇ ਲੈ ਸਕਦੇ ਹਾਂ। ਕਿਉਂਕਿ ਅਧਿਆਪਕ ਨੇ ਇੱਕ ਸਵਾਲ ਸਾਨੂੰ ਦੇਤਾ, ਉਹਨੇ ਕਿਹਾ ਕਿ ਉਹ ਹੋਰ ਕੋਈ ਸਵਾਲ ਨਹੀਂ ਪੁੱਛੂਗਾ, ਤਾਂ ਅਸੀਂ ਉਸ ਬਲੈਕ ਬੋਰਡ ਦਾ ਜਿਹੜਾ ਸੈਂਟਰ ਹੈ ਜਾਂ ਕੇਂਦਰ ਹੈ ਉਹ ਅਸੀਂ ਆਪਣੀ ਆਮ ਸੂਝ ਦੀ ਵਰਤੋਂ ਦੇ ਨਾਲ ਦੱਸ ਸਕਦੇ ਹਾਂ
ਕਿਉਂਕਿ ਅਧਿਆਪਕ ਨੇ ਹੋਰ ਸਵਾਲ ਤਾਂ ਸਾਡੇ ਤੋਂ ਪੁੱਛਣਾ ਹੀ ਨਹੀਂ। ਤਾਂ ਇਸ ਤਰ੍ਹਾਂ ਬੱਚਿਓ ਆਮ ਸੂਝ-ਬੂਝ ਹੈ ਜਿਹੜੀ ਉਹਦੀ ਵਰਤੋਂ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਕਿਸੇ ਵੀ ਸਮੱਸਿਆ ਬਾਰੇ ਨਿਰਣਾ ਲੈਣਾ ਸਾਡੇ ਲਈ ਸੌਖਾ ਹੋ ਜਾਂਦਾ ਹੈ। ਤਾਂ ਇਹ ਅਜਿਹੀ ਸਿਆਣਪ ਸਾਡੇ ਜ਼ਿੰਦਗੀ 'ਚ ਬਹੁਤ ਕੰਮ ਆਉਂਦੀ ਹੈ। ਪ੍ਰਸਿੱਧ ਭੌਤਿਕ ਵਿਗਿਆਨੀ ਨੋਬਲ ਪੁਰਸਕਾਰ ਵਿਜੇਤਾ ਅਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ ਕਲਪਨਾ ਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ। ਕਈ ਵਾਰ ਅਸੀਂ ਕਲਪਨਾ ਜਾਂ ਅੰਦਾਜ਼ੇ ਦਾ ਸਹਾਰਾ ਲੈ ਕੇ ਆਪਣੀ ਆਮ ਸੂਝ ਤੇ ਸਮਝ ਦੀ ਵਰਤੋਂ ਕਰਕੇ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ। ਤਾਂ ਬੱਚਿਓ ਇਹੀ ਕੰਮ ਜੀਵਨ ਦੇ ਵਿੱਚ ਆਮ ਸੂਝ-ਬੂਝ ਦੀ ਵਰਤੋਂ ਹੈ ਜਿਹੜੀ ਉਹ ਅਸੀਂ ਜਦੋਂ ਵਰਤਦੇ ਹਾਂ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ। ਤਾਂ ਇਹ ਸਾਡਾ ਪਾਠ ਸੀ। ਇਸ ਪਾਠ ਦਾ ਮੂਲ ਉਦੇਸ਼ ਇਹੀ ਹੈ ਕਿ ਅਸੀਂ ਵਿਦਿਆਰਥੀਆਂ ਵਿੱਚ ਆਮ ਸੂਝ ਦੀ ਵਰਤੋਂ ਦਾ ਹੁਨਰ ਹੈ ਜਿਹੜਾ ਉਹ ਪੈਦਾ ਕਰੀਏ। ਬੱਚਿਓ ਹਮੇਸ਼ਾ ਹਰ ਪ੍ਰਸ਼ਨ ਦਾ ਉੱਤਰ ਸਿਰਫ ਯਾਦ ਕਰਕੇ ਫਿਰ ਦੇਣਾ ਇਹ ਚੰਗੀ ਗੱਲ ਨਹੀਂ ਹੁੰਦੀ, ਕਿਉਂਕਿ ਅਗਾਂਹ ਜ਼ਿੰਦਗੀ ਹੈ ਜਿਹੜੀ ਉਹ ਇਹਨਾਂ ਪਾਠ ਪੁਸਤਕਾਂ ਦੇ ਨਾਲ ਸੰਬੰਧਿਤ ਨਹੀਂ ਹੋਣੀ। ਅਸੀਂ ਇਸ ਆਦਤ ਨੂੰ ਇੰਨਾ ਪੱਕਾ ਨਾ ਕਰੀਏ ਕਿ ਆਪਣੀ ਸੂਝ ਜਾਂ ਪ੍ਰਤਿਭਾ ਦੀ ਵਰਤੋਂ ਕਰਨੀ ਹੀ ਬੰਦ ਕਰ ਦੇਈਏ। ਇਸ ਲਈ ਆਪਣੀ ਸੂਝ ਤੇ ਪ੍ਰਤਿਭਾ ਦੀ ਵਰਤੋਂ ਅਸੀਂ ਕਰਨੀ ਹੈ। ਆਪਣੀ ਸਮਝ ਅਤੇ ਗਿਆਨ ਦਾ ਘੇਰਾ ਵਿਸ਼ਾਲ ਰੱਖਣਾ ਹੈ। ਆਪਣੇ ਆਪ ਵਿੱਚ ਆਤਮ ਵਿਸ਼ਵਾਸ ਭਰਨਾ ਹੈ ਤਾਂ ਜੋ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਹੱਲ ਆਪਣੇ ਪੱਧਰ ਤੇ ਆਪਣੀ ਸੂਝ ਦੇ ਨਾਲ ਅਸੀਂ ਕਰ ਸਕੀਏ। ਤਾਂ ਇਹ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਬਹੁਤ ਹੀ ਵਧੀਆ ਪਾਠ ਸੀ, ਜਿਸ ਦੇ ਵਿੱਚ ਅਜਿਹੀਆਂ ਸਥਿਤੀਆਂ, ਅਜਿਹੀਆਂ ਗਤੀਵਿਧੀਆਂ, ਅਜਿਹੀਆਂ ਉਦਾਹਰਨਾਂ ਦਿੱਤੀਆਂ ਗਈਆਂ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਅਸੀਂ ਆਪਣਾ ਫੈਸਲਾ ਆਪ ਲੈ ਸਕਦੇ ਹਾਂ, ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰ ਸਕਦੇ ਹਾਂ, ਆਪਣੀ ਸੂਝ-ਬੂਝ ਹੈ ਜਿਹੜੀ ਉਸ ਦੀ ਸਹਾਇਤਾ ਦੇ ਨਾਲ ਜ਼ਿੰਦਗੀ ਦੇ ਵਿੱਚ ਫੈਸਲੇ ਲੈ ਸਕਦੇ ਹਾਂ, ਨਿਰਣੇ ਲੈ ਸਕਦੇ ਹਾਂ। ਤਾਂ ਬੱਚਿਓ ਇੱਕ ਅਭਿਆਸ ਦੇ ਵਿੱਚ ਪ੍ਰਸ਼ਨ ਹੈ ਜਿਸ ਦਾ ਉੱਤਰ ਤੁਸੀਂ ਆਪ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਪ੍ਰਸ਼ਨ ਇਹ ਹੈ ਕਿ ਕਈ ਜਟਲ ਸਥਿਤੀਆਂ ਵਿੱਚ ਫੈਸਲਾ ਲੈਣ ਲਈ ਆਮ ਸੂਝ ਕੰਮ ਕਰਦੀ ਹੈ। ਉਦਾਹਰਨ ਵਜੋਂ ਵਿਦਿਆਰਥੀਓ ਇੱਕ ਸਵਾਲ ਦਾ ਜਵਾਬ ਦਿਓ ਕਿ ਇੱਕ ਆਦਮੀ ਘਰ ਤੋਂ ਬਾਹਰ ਸੀ ਅਤੇ ਲਗਾਤਾਰ ਮੀਂਹ ਵਿੱਚ ਭਿੱਜ ਰਿਹਾ ਸੀ। ਮੀਂਹ ਪੈਣ ਨਾਲ ਉਸਦਾ ਸਾਰਾ ਸਰੀਰ ਗਿੱਲਾ ਹੋ ਗਿਆ ਸੀ। ਉਹਦਾ ਸਿਰ ਬਿਲਕੁਲ ਨੰਗਾ ਸੀ ਤੇ ਸਿਰ ਉੱਤੇ ਕੋਈ ਵੀ ਪੱਗ, ਸਾਫਾ, ਟੋਪੀ ਜਾਂ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਉਹ ਆਪਣਾ ਸਿਰ ਗਿੱਲਾ ਹੋਣ ਤੋਂ ਬਚਾ ਸਕੇ, ਪਰੰਤੂ ਉਸਦਾ ਇੱਕ ਵੀ ਵਾਲ ਸਿਰ ਦਾ ਗਿੱਲਾ ਨਹੀਂ ਹੋਇਆ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਸੋਚੋ, ਆਪਣੇ ਸਾਥੀਆਂ ਦੇ ਨਾਲ ਸਲਾਹ ਕਰੋ, ਫਿਰ ਅਧਿਆਪਕ ਦੇ ਨਾਲ ਸਲਾਹ ਕਰੋ, ਅਧਿਆਪਕ ਤੋਂ ਇਸ ਦਾ ਉੱਤਰ ਲਓ ਤੇ ਉਸ ਤੋਂ ਬਾਅਦ ਇਹ ਸੋਚੋ ਕਿ ਜ਼ਿੰਦਗੀ ਹੈ ਜਿਹੜੀ ਉਸ ਦੇ ਵਿੱਚ ਬੱਚਿਓ ਹਮੇਸ਼ਾ ਸਾਹਮਣੇ ਜੋ ਦਿਖਾਈ ਦਿੰਦਾ ਹੈ, ਜੋ ਸੱਚ ਹੈ, ਉਹ ਸੱਚ ਨਹੀਂ ਹੁੰਦਾ। ਬਹੁਤੇ ਸੱਚ ਹੈ ਜਿਹੜੇ ਉਹ ਛੁਪੇ ਹੋਏ ਹੁੰਦੇ ਹੈ, ਲੁਕੇ ਹੋਏ ਹੁੰਦੇ ਹੈ। ਹੁਣ ਤੁਸੀਂ ਜ਼ਿੰਦਗੀ ਦੇ ਉਸ ਪੜਾਅ ਤੇ ਹੋ, 10ਵੀਂ ਜਮਾਤ ਦੇ ਵਿੱਚੋਂ ਸਿਆਣੇ ਹੋ, ਤਾਂ ਤੁਸੀਂ ਅਜਿਹੇ ਫੈਸਲੇ ਆਪ ਲੈਣੇ ਹੈ, ਆਪਣੀ ਸੂਝ-ਬੂਝ ਦੀ ਵਰਤੋਂ ਕਰਨੀ ਹੈ, ਕਿਸੇ ਤੇ ਨਿਰਭਰ ਨਹੀਂ ਕਰਨਾ। ਸਾਰਿਆਂ ਦੇ ਵਿਚਾਰ ਹੈ ਜਿਹੜੇ ਸਿਰਫ ਉਹ ਸੁਣਨੇ ਹੈ, ਸੁਣ ਕੇ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਦੇ ਵਿੱਚੋਂ ਸਹੀ ਗਲਤ ਅਸੀਂ ਆਪ ਲੱਭੀਏ। ਅਸੀਂ ਕਿਸੇ ਦੇ ਉੱਤੇ ਨਿਰਭਰ ਨਾ ਹੋਈਏ। ਇਹ ਨਾ ਸੋਚੀਏ ਕਿ ਸਾਨੂੰ ਦੂਸਰਾ ਵਿਅਕਤੀ ਦੱਸੇਗਾ ਕਿ ਅਸੀਂ ਕਿਹੜੀ ਦਿਸ਼ਾ ਵੱਲ ਜਾਣਾ। ਤਾਂ ਇੱਥੇ ਅਸੀਂ ਨਿਰਣਾ ਆਪ ਲਈਏ ਕਿ ਅਸੀਂ ਕਿਹੜੀ ਦਿਸ਼ਾ ਵੱਲ ਜਾਣਾ। ਸਾਡੀ ਸੂਝ-ਬੂਝ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਬੁਲੰਦੀਆਂ ਤੱਕ ਪਹੁੰਚ ਚੁੱਕੀ ਹੈ। ਉਮਰ ਦਾ ਇਹ ਪੜਾਅ ਹੈ ਜਿਹੜਾ ਇੱਥੇ ਤੁਸੀਂ ਸਭ ਤੋਂ ਵੱਧ ਨਿਰਣੇ ਲੈ ਸਕਦੇ ਹੋ।
ਠੀਕ ਹੈ ਕਿ ਉਹਦੇ ਲਈ ਹਜੇ ਅਧਿਆਪਕਾਂ ਦਾ ਸਹਿਯੋਗ ਜਾਂ ਵੱਡਿਆਂ ਦਾ ਸਹਿਯੋਗ ਜ਼ਰੂਰੀ ਹੈ, ਪਰ ਉਹਨਾਂ ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹੋਣਾ ਇਹ ਬੱਚਿਓ ਚੰਗੀ ਗੱਲ ਨਹੀਂ। ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਬਹੁਤ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਣਾ ਹੈ। ਤਾਂ ਅਸੀਂ ਸਿਰਫ ਇਹਨੂੰ ਪਾਠ ਦੇ ਤੌਰ ਤੇ ਨਹੀਂ ਲੈਣਾ, ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹੋਏ ਇਸ ਪਾਠ ਦੇ ਵਿੱਚ ਜੋ ਕੀਤੀਆਂ ਅਸੀਂ ਗੱਲਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ, ਆਪਣੇ ਮਨ ਦੇ ਵਿੱਚ ਰੱਖ ਕੇ ਫਿਰ ਅਗਾਂਹ ਵੱਲ ਜਾਣਾ। ਧੰਨਵਾਦ।